ਧੰਨ ਵਾਹਿਗੁਰੂ ਸਾਹਿਬ ਜੀ। ਸਾਧੋ ਇਹ ਜਗਤ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹਾਥ ਬਿਕਾਨਾ ਰਹਾਉ। मात पिता भाई सुत बनता, ताकै रस लपटाना, जो बन धन प्रभुता कै मध में, अहनिस रहे दीवाना। दीन दयाल सदा दुख भंजन, तासो मन ना लगाना। जन नानक कोटन मैं किन्हूं, गुरमुख होए पछाना। गुरु रूप गुरु प्यारी साध संगत जी, वाहिगुरु जी का खालसा, वाहिगुरु जी की फतेह। मनुख दे दुख दे कारण, तिन कारण ने मनुख दे दुखी रहन दे। जिस तरह किसे नू सुगर दी बीमारी होवे ते उसनू डॉक्टर कोल दवाई दवा दईए, पर ओह मनुख डॉक्टर द्वारा दसिया परहेज ना करे कि वो ठीक हो जाएगा? नहीं। गुरमुखो, असी इस जग विच आके माया दे हथ बिक के राम नाम दा सिमरन छड़ दिता है। जिस तरह एक राजा सी, ओह बहुत दुखी रहंदा सी। एक दिन ओह एक साधु दी शरण विच आया ते साधु नू दसिया, मैं राजा हां ते मेरे कोल धन राज ऐसो आराम सब कुछ है, पर फिर भी मैं दुखी रहना हां, ते कोई उपाय दसो। साधु ने कहा, ओ सामने पहाड़ी है, कल नू तुसी आ जाओ, उस पहाड़ी ते जाके उपाय दसांगे। राजा दूसरे दिन सवेरे आ गया ते साधु जी नू उपाय दसन लई पहाड़ी ते जाण नू कहा। साधु जी ने एक पोटली दे विच 3 भारी पत्थर बन्ने होए सी ते राजे नू कहा, राजा जी, यह पोटली भी पहाड़ी ते ले जाउनी जरूरी है ते इस नू अपने सिर ते रखो ते पहाड़ी वल चलो। राजा बड़ा हैरान होया, क्योंकि वो एक राजा सी ते उसने कदे सिर दे वजन नहीं चकिया सी। नाल ओ अपने सैनिक भी लैके आया सी। साधु ने कहा, राजा जी, यदि उपाय कराना है तां तेरे सैनिक तेरे नाल नहीं चलणगे ते यह पोटली वजन वाली यही तेरे सिर ते रखणगे। राजा बड़ा दुखी होया ते सैनिकां ने पत्थर वाली पोटली उठा के राजे दे सिर ते रख दिती ते साधु जी अगे अगे जान लगे। राजे दे सिर ते वजन सी ते ओह साधु जी तो बहुत पिछे रह गया। साधु जी रुक गए ते जदों राजा कोल आया ते साधु जी ने पूछया, की गल? राजे ने कहा, साधु जी, तुसी तां आराम नाल तुर रहे हो
ਤੇ ਮੇਰੇ ਸਿਰ ਤੇ ਭਾਰ ਹੈ, ਮੈਂ ਅੱਗੇ ਨਹੀਂ ਤੁਰ ਸਕਦਾ। ਤੇ ਸਾਧੂ ਜੀ ਨੇ ਉਸ ਪੋਟਲੀ ਵਿੱਚ ਇੱਕ ਪੱਥਰ ਕੱਢ ਕੇ ਪਰੇ ਰੱਖਤਾ ਤੇ ਕਿਹਾ, ਹੁਣ ਇਸ ਨੂੰ ਚੱਕੋ। ਤੇ ਸਾਧੂ ਜੀ ਨੇ ਰਾਜੇ ਦੇ ਸਿਰ ਤੇ ਉਹ ਪੋਟਲੀ ਚੁਕਵਾ ਦਿੱਤੀ। ਰਾਜਾ ਤੁਰਨ ਲੱਗਾ। ਸਾਧੂ ਜੀ ਅੱਧੀ ਪਹਾੜੀ ਦਾ ਰਸਤਾ ਚੜ੍ਹ ਆਏ, ਪਰ ਰਾਜਾ ਪਿੱਛੇ ਰਹਿ ਗਿਆ। ਜਦ ਰਾਜਾ ਕੋਲ ਸਾਧੂ ਜੀ ਦੇ ਆਇਆ ਤੇ ਸਾਧੂ ਜੀ ਨੇ ਕਿਹਾ, ਰਾਜਾ ਜੀ ਪਿੱਛੇ ਰਹਿ ਗਏ ਸੀ। ਤੇ ਰਾਜੇ ਨੇ ਉੱਤਰ ਦਿੱਤਾ, ਬੜਾ ਵਜਨ ਹੈ, ਅੱਗੇ ਹੁਣ ਹੋਰ ਨਹੀਂ ਤੁਰਨਾ। ਤੇ ਸਾਧੂ ਜੀ ਨੇ ਇੱਕ ਹੋਰ ਪੱਥਰ ਕੱਢ ਦਿੱਤਾ ਤੇ ਪੋਟਲੀ ਰਾਜੇ ਦੇ ਸਿਰ ਤੇ ਚੁਕਾ ਦਿੱਤੀ ਤੇ ਪਹਾੜੀ ਤੇ ਚੜਨ ਲੱਗੇ। ਜਦ ਪਹਾੜੀ ਚੜ ਗਏ ਤੇ ਰਾਜੇ ਦੀ ਪੋਟਲੀ ਉਤਾਰੀ ਗਈ ਤੇ ਰਾਜੇ ਨੇ ਹੱਥ ਜੋੜ ਕੇ ਸਾਧੂ ਜੀ ਤੋਂ ਦੁਖੀ ਰਹਿਣ ਦੇ ਉਪਾਏ ਪੁੱਛੇ। ਤੇ ਸਾਧੂ ਜੀ ਬੋਲੇ, ਸਾਰੇ ਰਸਤੇ ਉਪਾਏ ਤਾਂ ਦੱਸਦਾ ਆਇਆ ਹਾਂ। ਤੇ ਰਾਜੇ ਨੇ ਕਿਹਾ, ਸਾਧੂ ਜੀ ਸਮਝਾ ਨਹੀਂ। ਤੇ ਸਾਧੂ ਜੀ ਦੱਸਣ ਲੱਗੇ, ਰਾਜਾ ਜੀ, ਇਹ ਜੋ ਤੁਸੀਂ 3 ਵੱਟੇ ਆਪਣੇ ਸਿਰ ਤੇ ਚੁੱਕੇ ਸਨ, ਤੂੰ ਪਹਿਲਾ ਵੱਟਾ ਸੀ ਲੋਕ ਲਾਜ ਦਾ। ਸਜਣਾ, ਤੈਨੂੰ ਉਹਦਾ ਮਿਲ ਜਾਂਦਾ ਹੈ, ਤੂੰ ਜੋੜੇ ਝਾੜਨੇ ਬੰਦ ਕਰ ਦੇਣਾ ਹੈ। ਲੋਕ ਕੀ ਕਹਿਣਗੇ? ਸੇਵਾ ਭਾਵ ਵੇਖ ਕੇ ਹੀ ਤੈਨੂੰ ਕੋਈ ਅਹੁਦਾ ਮਿਲਿਆ ਹੈ, ਇਹਨੂੰ ਇਹ ਪਦ ਦੇ ਦਿਓ। ਉਦੋਂ ਤੋਂ ਉਹ ਝਾੜੂ, ਜੁੱਤੀਆਂ, ਬਰਤਨਾਂ ਦੀ ਸੇਵਾ, ਲੰਗਰ ਦੀ ਹੱਥੀ ਸੇਵਾ ਕਰਨੀ ਬੰਦ ਕਰ ਦਿੰਦਾ ਹੈ। ਲੋਕ ਕੀ ਕਹਿਣਗੇ? ਮੈਂ ਤਾਂ ਅਹੁਦੇਦਾਰ ਹਾਂ, ਮੈਂ ਥੋੜੀ ਝਾੜੂ ਫੇਰਾਂਗਾ, ਮੈਂ ਥੋੜੀ ਜਾਲੇ ਲਾਵਾਂਗਾ, ਮੈਂ ਤਾਂ ਕੰਮ ਕਰਵਾਉਂਗਾ। ਉਹੀ ਬੰਦਾ ਜਿਹੜਾ ਆਪ ਜਾਲੇ ਝਾੜਦਾ ਹੈ, ਜਦੋਂ ਅਹੁਦੇ ਤੇ ਆ ਜਾਏ ਤਾਂ ਉਹ ਦੂਜੇ ਨੂੰ ਕਹਿਣ ਲੱਗ ਪੈਂਦਾ ਹੈ। ਲੋਕ ਲਾਜ ਤਿਆਗਣੀ ਪੈਂਦੀ ਹੈ। ਮਾਫ ਕਰਿਓ, ਕਈ ਵਾਰ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵੇਲੇ ਵੀ ਇਹ ਸਮਝਦਾ, ਮੇਰੇ ਵੱਲ ਕਿਤਨੇ ਬੰਦੇ ਹਨ, ਕਿਥੇ ਬੇਇੱਜ਼ਤੀ ਤਾਂ ਨਹੀਂ ਹੋ ਰਹੀ, ਕਿਉਂਕਿ ਲੋਕ ਲਾਜ ਤਿਆਗਣੀ ਪਵੇਗੀ। ਧਰਮ ਦੀ ਦੁਨੀਆ ਵਿੱਚ ਸਭ ਤੋਂ ਪਹਿਲਾਂ ਲੋਕ ਲਾਜ ਤਿਆਗਣੀ ਪੈਂਦੀ ਹੈ। ਇੱਥੇ ਉਮਰ ਛੋਟੀ ਵੱਡੀ ਨਹੀਂ, ਰੁਤਬਾ ਛੋਟਾ ਵੱਡਾ ਨਹੀਂ, ਲੋਕ ਲਾਜ ਛੱਡ, ਤੈਨੂੰ ਰੱਬ ਮਿਲ ਜਾਏਗਾ। ਇਤਿਹਾਸ ਪੜ੍ਹ ਕੇ ਵੇਖ ਲਓ। ਮਾਲਵੇ ਵਿੱਚ ਹਰਗੋਬਿੰਦ ਸਾਹਿਬ ਦੇ ਵੱਡੇ ਸਾਂਢੂ ਸਾਈਂ ਦਾਸ ਜੀ ਰਹਿੰਦੇ ਸਨ। ਉਹਨਾਂ ਨੂੰ ਪਤਾ ਸੀ ਹਰਗੋਬਿੰਦ ਸਾਹਿਬ ਨਿਰਮਲ ਪੰਥ ਦੀ 6ਵੀਂ ਜੋਤ ਨੇ। ਤੇ ਜਦੋਂ ਹਰਗੋਬਿੰਦ ਸਾਹਿਬ ਮਾਲਵੇ ਵਿੱਚ ਸਾਈਂ ਦਾਸ ਨੂੰ ਮਿਲਣ ਗਏ ਤਾਂ ਸਾਈਂ ਦਾਸ ਨੇ ਹਰਗੋਬਿੰਦ ਸਾਹਿਬ ਦੇ ਪੈਰਾਂ ਵਿੱਚ ਮੱਥਾ ਟੇਕਿਆ। ਉਹਨਾਂ ਦੀ ਨਿਮਰਤਾ ਨੂੰ ਵੇਖ ਕੇ ਹਰਗੋਬਿੰਦ ਸਾਹਿਬ ਨੇ ਕਿਹਾ, ਸਾਈਂ ਦਾਸ, ਮਾਲਵੇ ਵਿੱਚ ਮੇਰਾ ਕੋਈ ਕੰਮ ਨਹੀਂ ਸੀ, ਜੋ ਤੇਰਾ ਦਰਸ਼ਨ ਕਰੇਗਾ ਉਹ ਵੀ ਮੁਕਤ ਹੋ ਜਾਇਆ ਕਰੇਗਾ। ਇੰਨੀ ਵੱਡੀ ਬਖਸ਼ੀਸ਼ ਕੀਤੀ। ਸਭ ਤੋਂ ਪਹਿਲਾਂ ਲੋਕ ਲਾਜ ਤਿਆਗਣੀ ਪੈਂਦੀ ਹੈ। ਪਹਿਲਾ ਪੱਥਰ ਲੋਕ ਲਾਜ ਤਿਆਗਣ ਦਾ ਹੈ। ਦੂਸਰਾ ਪੱਥਰ ਚਿੰਤਾ ਦਾ। ਕੱਲ ਕੀ ਹੋਏਗਾ? ਜੇ ਇਹ ਪਲਾਟ ਲਿਆ ਹੁੰਦਾ, ਜੇ ਇਹ ਕੀਤਾ ਹੁੰਦਾ,
ਜੇ ਵਿੱਚ ਹੀ ਰਹਿੰਦਾ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਪ੍ਰਭੂ ਦੇਣ ਤੇ ਆਉਂਦਾ ਹੈ ਤੇ ਕੰਗਾਲਾਂ ਨੂੰ ਕਰੋੜਪਤੀ ਬਣਾ ਦਿੰਦਾ ਹੈ, ਤੇ ਲੈਣ ਤੇ ਆਉਂਦਾ ਹੈ ਤਾਂ ਕਰੋੜਪਤੀ ਨੂੰ ਕੱਖਾਂ ਵਿੱਚ ਮਿਲਾ ਦਿੰਦਾ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਤੇ ਤੀਸਰਾ ਪੱਥਰ ਕਿਹੜਾ ਹੈ? ਤੀਸਰਾ ਪੱਥਰ ਹੈ ਅਹੰਕਾਰ ਦਾ। ਮੈਂ ਗਿਆਨੀ ਬਹੁਤ ਵੱਡਾ ਹਾਂ, ਮੇਰੇ ਕੋਲ ਅਕਲ ਬਹੁਤ ਹੈ, ਮੇਰਾ ਵੱਡਾ ਰੁਤਬਾ ਹੈ, ਮੇਰੇ ਕੋਲ ਪ੍ਰੋਪਰਟੀ ਬਹੁਤ ਹੈ, ਆਹ ਪਲਾਟ ਮੇਰਾ ਹੈ। ਅਹੰਕਾਰ ਛੱਡਣਾ ਪੈਂਦਾ ਹੈ। ਸਾਹਿਬ ਨੇ 3 ਚੀਜ਼ਾਂ ਛੱਡਣ ਲਈ ਕਿਹਾ ਹੈ: ਲੋਕ ਲਾਜ, ਚਿੰਤਾ ਤੇ ਅਹੰਕਾਰ। ਜੋ ਬਨ ਧਨ ਪ੍ਰਭ ਤਾਕੈ, ਮਦ ਮੈਂ ਅਹਨਿਸ ਰਹੇ ਦੀਵਾਨਾ। ਗੁਰਮੁਖ ਸੰਤ ਜਨੋ, ਇਹ ਜਗਤ ਮਾਇਆ ਦੀ ਭਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ। ਪ੍ਰਭੂ ਦੇ ਨਾਮ ਦਾ ਸਿਮਰਨ ਛੱਡੀ ਰੱਖਦਾ ਹੈ ਤੇ ਮਾਇਆ ਦੇ ਹੱਥ ਵਿੱਚ ਵਿਕਿਆ ਰਹਿੰਦਾ ਹੈ। ਮਾਇਆ ਦੇ ਵੱਟੇ ਆਤਮਿਕ ਜੀਵਨ ਗਵਾ ਦਿੰਦੇ ਹਨ। ਗੁਰਮੁਖ ਸੰਤ ਜਨੋ, ਮਾਂ ਪਿਓ ਭਰਾ ਪੁੱਤਰ ਇਸਤਰੀ ਭੁੱਲਾ ਹੋਇਆ ਜਗਤ ਇਹਨਾਂ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ। ਜਵਾਨੀ ਧਨ ਤਾਕਤ ਦੇ ਨਸ਼ੇ ਵਿੱਚ ਜਗਤ ਦਿਨ ਰਾਤ ਝੱਲਾ ਹੋਇਆ ਰਹਿੰਦਾ ਹੈ। ਜਿਹੜਾ ਪ੍ਰਭੂ ਵਾਹਿਗੁਰੂ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ, ਜਿਹੜਾ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ, ਜਗਤ ਉਸ ਨਾਲ ਆਪਣਾ ਮਨ ਨਹੀਂ ਜੋੜਦਾ। ਗੁਰੂ ਜੀ ਵੀ ਇਹੀ ਫਰਮਾਉਂਦੇ ਨੇ। ਕਰੋੜਾਂ ਵਿੱਚੋਂ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਵਾਹਿਗੁਰੂ ਨਾਲ ਸਾਂਝ ਪਾਈ ਹੈ। ਵਾਹਿਗੁਰੂ ਦਾ ਸਿਮਰਨ ਹੀ ਦੁੱਖਾਂ ਦਾ ਨਾਸ਼ ਕਰਦਾ ਹੈ। ਸਾਧ ਸੰਗਤ ਜੀ, ਤੁਸ ਬੁੱਧੀ ਹੈ, ਹੋਈਆਂ ਗਲਤੀਆਂ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।